नमस्कार, ओम शांति ते नाले सत श्री अकाल। सतगुरु करता पुरख च अज मैं तुहाडा फिर से स्वागत करदी हाँ। मित्रों, असीं गल करदे हां क्रोध दे बारे च ते नाले च देह अभिमान या देही अभिमान। असीं अपने आत्मा नूं शांति किद्दां बना रखीए या फिर बहुत सारी जिहड़ी गल्लां हुंदी अपने जीवन नूं चलाउण वास्ते, वो सब दा हल असीं साडे इस कार्यक्रम च देण वास्ते साडे भराता निर्वेल भाई साहब हमेशा तत्पर रहिंदे हां। उन्हां दा जिहड़े असीं प्रश्न करदे ਉਹ हल ਦਿੰਦੇ ਤਾਂ ਅਸੀਂ ਆਪਣੇ ਜੀਵਨ 'ਚ ਲੈ ਕੇ ਆਉਂਦੇ ਹਾਂ। ਆइए स्वागत करते हैं सतगुरु करता पुरख से साडे भराता निर्वेल भाई साहब दा। भाजी सतगुरु करता पुरख से तुहाडा बहुत बहुत स्वागत है जी। धन्यवाद जी। ओम शांति, सत श्री अकाल। हाँ जी भाजी, मैं बहुत सारे प्रश्न लैके आई हाँ अपने सेंटर ते। उन्होंने हिंदी च ही पूछा, लेकिन मैं तुहाडे वर्गों पंजाबी च पुछने आ। एक भाईए वो बोलते कि मानसिक रोग की हुंदा ते एक किद्दां हुंदा ते उहदा कारण की है। क्या असी आत्मा नूं असी अपनी आत्मा नूं और शरीर दा इस च की प्रभाव पैंदा। पहली गल है कि ये जड़ा सवाल है ਇਹਦਾ एक्यूरेट जवाब है वो मनोविज्ञानिक देगा। अच्छा साइकेट्रिस्ट जी, लेकिन फिर भी बाकी हाँ असी देसी आदमी जी ਜਿਹੜਾ ਸਾਡੇ ਦਿਮਾਗ 'ਚ ਆਉਂਦਾ ਹੀ जी ਕਿ ਜੋ ਵਿਅਕਤੀ ਤੁਹਾਨੂੰ ਲੱਗਦਾ ਹੀ ਨਾਰਮਲ ਨਹੀਂ ਹੈਗਾ, जी ਮਤਲਬ ਜਿਸ ਤਰ੍ਹਾਂ ਹੋਰ ਸਾਰੇ ਨਾਰਮਲ ਆਪਣਾ ਉੱਠਣਾ ਬੈਠਣਾ ਦੇਖਣਾ ਕਾਰੋਬਾਰ ਮੁਸਕਰਾਉਣਾ, ਕਦੀ ਇਹੋ ਜਿਹੀ ਗੱਲ ਹੋ ਜਾਏ ਤਾਂ ਥੋੜ੍ਹਾ ਜਿਹਾ ਗਮ ਵੀ ਐਕਸਪ੍ਰੈਸ ਕਰਨਾ, ਉਹ ਤਾਂ ਨਾਰਮਲ ਹੁੰਦਾ ਹੀ। ਹੁਣ ਕੋਈ ਐਬਨੋਰਮਲ ਹੁੰਦੇ ਆ, ਹੱਸਦੇ ਹੀ ਰਹਿਣਗੇ ਉਹ ਵੀ ਠੀਕ ਨਹੀਂ, ਰੋਂਦੇ ਹੀ ਰਹਿਣਗੇ ਉਹ ਵੀ ਠੀਕ ਨਹੀਂ, ਨਾਰਾਜ਼ ਹੀ ਹੁੰਦੇ ਰਹਿਣਗੇ ਉਹ ਵੀ ਠੀਕ ਨਹੀਂ। ਅਤੇ ਇਹ ਐਬਨੋਰਮੈਲਿਟੀਜ਼ ਜਿਹੜੀਆਂ ਹੈਗੀਆਂ ਜੀ, ਅਤੇ ਉਹ ਜਾਂ ਤਾਂ ਫਿਰ ਈਸ਼ਵਰੀ ਗਿਆਨ ਨੂੰ ਅੱਛੀ ਤਰ੍ਹਾਂ ਕੋਈ ਸਮਝੇ, ਹਰ ਇੱਕ ਆਪਣੇ ਥੋਟ ਦੇ ਉੱਪਰ ਧਿਆਨ ਰੱਖੇ, ਦ੍ਰਿਸ਼ਟੀ ਦੇ ਉੱਪਰ ਧਿਆਨ ਰੱਖੇ, ਵਚਨ 'ਤੇ ਧਿਆਨ ਰੱਖੇ, ਕਰਮ 'ਤੇ ਧਿਆਨ ਰੱਖੇ, हाँ जी ਅਤੇ ਤਾਂ ਸਭ ਸਹਿਜ ਹੋ ਜਾਂਦਾ ਹੈ। ਔਰ ਅਗਰ ਕੋਈ ਆਪਣੇ ਆਪ 'ਚ ਮਹਿਸੂਸ ਕਰਦਾ ਹੀ ਕਿ ਮੁਸ਼ਕਿਲ ਹੈ ਮੇਰੇ ਵਾਸਤੇ, ਅਤੇ ਫਿਰ ਬੈਸਟ ਇਜ਼ ਸਾਈਕੋ ਐਨਾਲਿਸਟ ਹੁੰਦੇ ਆ, ਸਾਈਕੋਥੈਰੇਪਿਸਟ ਹੁੰਦੇ ਆ, ਸਾਈਕੈਟਰਿਸਟ ਹੁੰਦੇ ਆ, ਉਹਨਾਂ ਦੀ ਹੈਲਪ ਲੈ ਸਕਦੇ ਆ। तो ये मानसिक रोग एक जिद्दां असीं टेंशन लईए उस वो भी उद्दां भी हो सकदा। ਟੈਨਸ਼ਨ ਵਗੈਰਾ ਇਹ ਤਾਂ ਨਾਰਮਲ ਚੀਜ਼ਾਂ ਹੀ ਨਾ। ਜਦੋਂ ਤੁਸੀਂ ਕੋਈ ਗੱਲ ਦਾ ਫਿਕਰ ਕਰਨਗੇ ਹੋ ਅਤੇ ਤੁਹਾਡੇ ਮਨ 'ਚ ਸਟ੍ਰੈਸ ਤਾਂ ਆਏਗੀ ਨਾ। अच्छा हाँ ਅਤੇ ਇਸ ਕਰਕੇ ਉਹ ਤਾਂ ਨਾਰਮਲ ਹੈ ਔਰ ਉਹ ਟੈਂਪਰੇਰੀ ਹੁੰਦੀ ਹੈ, ਉਹ ਕੋਈ ਸਦਾ ਨਹੀਂ ਰਹਿੰਦੀ ਹੈ। ਪਰ ਜਿਹੜਾ ਮਾਨਸਿਕ ਰੋਗ ਹੈ ਉਹਦੇ ਵਿੱਚ ਤੇ ਉਹ ਵਿਅਕਤੀ ਉਲਝਿਆ ਹੀ ਰਹਿੰਦਾ ਹੀ। ਤੇ ਭਾਜੀ ਅਗਲਾ ਪ੍ਰਸ਼ਨ ਹੈ ਕਿ ਇਸ ਸ੍ਰਿਸ਼ਟੀ ਦੀ ਜਿਹੜੀ ਤੁਲਨਾ ਹੈ ਇਹ ਬ੍ਰਿਕਸ਼ ਦੇ ਨਾਲ ਕਿਉਂ ਕੀਤੀ ਗਈ। ਜਿਹੜਾ ਸਾਡੇ 7 ਦਿਨ ਦਾ ਜਿਹੜਾ ਕੋਰਸ ਆਂਦਾ ਉਸ 'ਚ ਇੱਕ ਬ੍ਰਿਕਸ਼ ਵੀ ਆਂਦਾ ਤਾਂ ਸ੍ਰਿਸ਼ਟੀ ਦੀ ਤੁਲਨਾ ਨਹੀਂ ਕੀਤੀ ਹੈ ਜੀ, ਮਾਫ ਕਰਨਾ, ਲੇਕਿਨ ਸ੍ਰਿਸ਼ਟੀ ਚੱਕਰ 'ਚ ਕਹੀਏ ਜੋ ਹਿਊਮਨ ਸੋਲਸ ਮਨੁੱਖ ਆਤਮਾ ਜਿੰਨੇ ਵੀ ਹੈਗੇ ਨੇ, ਉਹ ਜਦੋਂ ਥੋੜ੍ਹੇ ਥੋੜ੍ਹੇ ਕਰਕੇ ਇਸ ਸ੍ਰਿਸ਼ਟੀ 'ਤੇ ਆਉਂਦੇ ਆ ਅਤੇ ਉਹ ਇੱਕ ਸ਼੍ਰੀਮਦ ਭਗਵਤ ਗੀਤਾ ਦਾ ਇੱਕ ਪਾਰਟ ਹੈ। ਅੱਛਾ ਉਹਦੇ ਵਿੱਚ ਖਾਸ ਗੀਤਾ ਦੇ ਭਗਵਾਨ ਨੇ ਅਰਜੁਨ ਨੂੰ ਐਕਸਪਲੇਨ ਕੀਤਾ ਹੀ ਅੱਛਾ ਕਿ ਸ੍ਰਿਸ਼ਟੀ ਜਿਹੜੀ ਹੈ
ਇਹ ਇੱਕ ਇਨਵਰਟਿਡ ਟਰੀ ਦੀ ਤਰ੍ਹਾਂ ਹੀ ਹੈ। ਔਰ ਇਨਵਰਟਿਡ ਟਰੀ ਦਾ ਮਤਲਬ ਇਹੀ ਹੈ ਕਿ ਵੈਸੇ ਜੜ ਨੀਚੇ ਹੁੰਦੀ ਹੈ, ਪੇੜ ਉੱਪਰ ਹੁੰਦਾ ਹੀ, ਲੇਕਿਨ ਜਦੋਂ ਇਨਵਰਟਿਡ ਟਰੀ ਕਹਿੰਦੇ ਆ ਤਾਂ ਉਹਦਾ ਜਿਹੜਾ ਬੀਜ ਰੂਪ ਹੈ ਪਰਮ ਪਿਤਾ ਪਰਮਾਤਮਾ ਸ਼ਿਵ, ਔਰ ਫਿਰ ਉਸ ਤੋਂ ਬਾਅਦ ਜੋ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਜਿਤਨੀ ਵੀ ਆਤਮਾ ਹੈਗੀਆਂ ਤਾਂ ਉਹ ਟਰੰਕ 'ਚ ਆ ਜਾਂਦੇ। ਅੱਛਾ। ਔਰ ਫਿਰ ਬ੍ਰਾਂਚਿਸ ਜਿਹੜੀਆਂ ਹੈਗੀਆਂ ਤਾਂ ਉਹ ਦੂਸਰੇ, ਜਿਸ ਤਰ੍ਹਾਂ ਇਸਲਾਮ ਹੈ, ਬੁੱਧਿਜ਼ਮ ਹੈ, ਕ੍ਰਿਸਚੀਅਨਿਟੀ ਹੈ, ਸਿੱਖਿਜ਼ਮ ਹੈ, ਉਹ ਸਾਰੀ ਬ੍ਰਾਂਚਿਸ, ਸਬ ਬ੍ਰਾਂਚਿਸ ਨੀਚੇ ਉਹ ਦਿਖਾਈਆਂ ਹੋਈਆਂ ਹੈ। ਤੇ ਇੱਕ ਸਮਝਣ ਵਾਸਤੇ ਆ ਕਿ ਜਿਤਨੀ ਵੀ ਹਿਊਮਨ ਸੋਲਸ ਹੈਗੀਆਂ ਤੇ ਉਹ ਬਿਫੋਰ ਦੇ ਕਮ ਟੂ ਦਿਸ ਵਰਲਡ, ਇਸ ਸ੍ਰਿਸ਼ਟੀ ਤੇ ਆਉਣ ਤੋਂ ਪਹਿਲੇ ਉਹ ਪਰਮ ਧਾਮ 'ਚ ਕਿਸ ਤਰ੍ਹਾਂ ਆਪਣੇ ਆਪਣੇ ਸੈਕਸ਼ਨ 'ਚ ਰਹਿੰਦੇ ਆ। ਔਰ ਉਹਨਾਂ ਦਾ ਜਦੋਂ ਆਉਣ ਦਾ ਸਮੇਂ ਹੁੰਦਾ ਹੀ, ਉਹਦੇ 'ਚ ਕਈ ਗੱਲਾਂ ਹੈਗੀਆਂ ਹੀ, ਉਹ ਸਰਕਮਸਟਾਂਸਿਸ ਤਿਆਰ ਚਾਹੀਦੇ ਆ, ਉਸ ਵੇਲੇ ਉਹ ਆਉਂਦੇ ਨੇ, ਆਪਣਾ ਆਪਣਾ ਪਾਰਟ ਵਜਾਉਂਦੇ ਨੇ। ਔਰ ਹਰ ਆਤਮਾ ਜਦੋਂ ਇਸ ਸ੍ਰਿਸ਼ਟੀ 'ਤੇ ਆਉਂਦੀ ਹੈ ਤੇ ਪਹਿਲੇ ਸੁੱਖ ਦੇ ਦਿਨ ਹੁੰਦੇ ਉਹਨੂੰ ਕਹਿੰਦੇ ਉਹਨਾਂ ਦਾ ਵੀ ਗੋਲਡਨ ਪੀਰੀਅਡ ਹੈ, ਜਦੋਂ ਵੀ ਆਉਣਗੇ। ਫਿਰ ਉਸ ਤੋਂ ਬਾਅਦ ਸਿਲਵਰ ਏਜ ਹੈ, ਫਿਰ ਉਸ ਤੋਂ ਬਾਅਦ ਕਾਪਰ ਏਜ ਹੈ, ਫਿਰ 4 ਹਿੱਸੇ ਬਰਾਬਰ ਬਰਾਬਰ ਹੁੰਦੇ ਨੇ। ਤੇ ਇਸ ਤਰ੍ਹਾਂ ਇਹ ਹਿਊਮਨ ਟਰੀ ਜਿਹੜਾ ਹੀ ਉਹਦਾ ਇਨਵਰਟਿਡ ਸਰੂਪ ਪਰਮ ਧਾਮ 'ਚ ਦਿਖਾਇਆ ਹੋਇਆ। ਅੱਛਾ ਜੀ ਭਾਜੀ, ਇੱਕ ਅਗਲਾ ਪ੍ਰਸ਼ਨ ਹੈ ਕਿ ਜਿੱਦਾਂ ਬੋਲਦੇ ਬ੍ਰਿਕਸ਼ਪਤੀ ਤੇ ਨਾਲੇ ਬੋਲਦੇ ਬ੍ਰਹਸਪਤੀ, ਇਹਦੀ ਇਤਨੀ ਮਹਿਮਾ ਕਿਉਂ ਹੈ ਤੇ ਨਾਲੇ ਅੱਜ ਦੇ ਸਮੇਂ ਅਨੁਸਾਰ ਬ੍ਰਹਮਾ ਬਾਬਾ ਦੇ ਨਾਲ ਇਹ ਜੋੜੀ ਜਾਂਦੀ? ਵ੍ਰਿਕਸ਼ਪਤੀ ਤੇ ਸਮਝ ਗਏ ਤੁਸੀਂ? ਜੀ ਬਿਲਕੁਲ। ਜਿਹੜਾ ਹਿਊਮਨ ਟਰੀ ਹੈ, ਮਨੁਸ਼ ਵ੍ਰਿਕਸ਼ ਹੈ ਮਾਨਵਤਾ ਦਾ, ਉਹਦਾ ਬੀਜ ਰੂਪ ਕੌਣ ਹੈ? ਸ਼ਿਵ ਪਰਮਾਤਮਾ। ਔਰ ਫਿਰ ਉਸ ਤੋਂ ਬਾਅਦ ਇਸ ਸ੍ਰਿਸ਼ਟੀ ਦੇ ਉੱਪਰ ਉਸ ਦਾ ਗਿਆਨ ਦੇਣ ਵਾਸਤੇ ਮਾਧਿਅਮ ਕੌਣ ਹੈ? ਉਹ ਬ੍ਰਹਮਾ ਬਾਬਾ। ਇਸ ਕਰਕੇ ਵ੍ਰਿਕਸ਼ਪਤੀ ਔਰ ਬ੍ਰਿਹਸਪਤ ਹੈ, ਗੁਰੂਵਾਰ ਨੂੰ ਕਹਿੰਦੇ ਆ। ਤਾਂ ਜਿੱਦਾਂ ਬੋਲਦੇ ਅਸੀਂ ਬਾਬਾ ਕਦ ਮੁਰਲੀ 'ਚ ਬੋਲਦੇ ਕਿ ਤੁਹਾਨੂੰ ਬ੍ਰਹਸਪਤੀ ਦੀ ਦਸ਼ਾ ਬੈਠੀ ਵੀ, ਤਾਂ ਉਹ ਇਹੀ ਹੈ ਮਤਲਬ ਬਹੁਤ ਸ਼ੁਭ ਦਿਨ। ਅੱਛਾ। ਜਿਸ ਦਿਨ ਤੁਸੀਂ ਸ਼ੁਭ ਇਸ ਤਰ੍ਹਾਂ ਵੀ ਹੈ, ਬ੍ਰਹਮਾ ਕੁਮਾਰ ਵਾਸਤੇ ਤਾਂ ਬਹੁਤ ਹੀ ਸ਼ੁਭ ਹੈ ਕਿ ਉਸ ਦਿਨ शिव परमात्मा की याद च बैठ करके और संदेशी भोग ले करके सूक्ष्म वतन जाती है और उत्थे ब्रह्मा बाबा दे जरिए शिव बाबा नू भी भोग स्वीकार कराउंदे और जो बाबा अगर चाहुंदा ही तो दूसरी आत्मा जिहड़ियां साडियां कई शरीर छड्ड के भी गए ने उन्हां नू भी इमर्ज करते हैं, उन्होंने भी वो स्वीकार कराते हैं। तो उस हिसाब नाल ये एक इहो जिहा दिन हुंदा ही कि जदों प्रभु प्रसाद प्राप्त करन दा दिन है गुरुवार जिहड़ा। अच्छा। सतगुरुवार। ते सतगुरु दा दिन इसे करके मन्निया जांदा ही क्योंकि वो जिहड़ा प्रसाद है उसकी बड़ी महिमा है, हिरदे शुद्ध हो जाता ही जो उसनू उस भावना नाल स्वीकार करते। तुसीं देखणगे हो कई यार मंदिर गुरुद्वारे जदों भगती मार्ग च भी लोग जाते हैं तो उत्थे जदों प्रसाद मिलता ही
ਤੇ ਬੜੇ ਪਿਆਰ ਨਾਲ ਉਹਨੂੰ ਲੈ ਕੇ ਅੱਖਾਂ ਤੇ ਲਗਾਉਣਗੇ, ਉਹਦੇ ਚੋਂ ਥੋੜਾ ਜਿਹਾ ਆਪਣੇ ਮੂੰਹ 'ਚ ਪਾਉਣਗੇ, ਬਾਕੀ ਸਾਰਾ ਘਰ ਨੂੰ ਲੈ ਆਉਂਦੇ ਆ। ਉਹ ਬੜੀ ਸੇਫਟੀ ਨਾਲ ਆਪਣੇ ਬੱਚਿਆਂ ਨੂੰ ਖਿਲਾਉਣ ਵਾਸਤੇ, ਘਰ ਵਾਲਿਆਂ ਨੂੰ ਖਿਲਾਉਣ ਵਾਸਤੇ ਥੋੜਾ ਥੋੜਾ, ਭਾਵੇਂ ਥੋੜਾ ਹੀ ਹੋਏਗਾ, ਪਰ ਪ੍ਰਸਾਦ ਦੀ ਇਤਨੀ ਮਹਿਮਾ ਹੈ। ਅੰਨ ਦਾ ਮਨ ਤੇ ਅਸਰ ਹੁੰਦਾ ਹੀ ਹੈ, ਤੇ ਉਹ ਜਿਹੜਾ ਪ੍ਰਸਾਦ ਬਣਦਾ ਹੀ ਕਿਤੇ ਵੀ ਬਣਦਾ ਹੀ, ਚਾਹੇ ਬ੍ਰਹਮਾ ਕੁਮਾਰੀ ਸੈਂਟਰ ਤੇ ਬਣਦਾ, ਚਾਹੇ ਗੁਰਦੁਆਰੇ ਬਣਦਾ, ਚਾਹੇ ਮੰਦਿਰ 'ਚ, ਤੇ ਉਹ ਬਹੁਤ ਹੀ ਭਾਵਨਾ ਵੀ ਪਵਿੱਤਰ ਹੈ ਉਹਦੇ 'ਚ, ਔਰ ਸਵੱਛਤਾ ਦੇ ਨਾਲ। ਜੋ ਕੋਈ ਨਿਮਿਤ ਹੁੰਦੇ ਬਣਾਉਣ ਵਾਲੇ, ਉਹ ਬਹੁਤ ਨਹਾ ਧੋ ਕੇ, ਅੱਛੇ ਕੱਪੜੇ ਪਹਿਨ ਕਰਕੇ, ਸਾਫ ਸਵੱਛ, ਫਿਰ ਉਹ ਪ੍ਰਸਾਦ ਬਣਾਉਂਦੇ ਨੇ, ਔਰ ਫਿਰ ਉਸ ਦਾ ਭੋਗ ਲੱਗਦਾ ਹੈ। ਤੇ ਇਸ ਕਰਕੇ ਤੇ ਇੱਕ ਭਾਵਨਾ ਦੀ ਗੱਲ ਵੀ ਹੈ, ਔਰ ਉਹਦਾ ਪ੍ਰੈਕਟੀਕਲ ਵੀ ਸਰੂਪ ਦੇਖਿਆ ਕਿ ਉਹਦਾ ਅਸਰ ਬਹੁਤ ਹੁੰਦਾ ਹੈ। ਅਗਰ ਕੋਈ ਭੋਜਨ ਵੀ ਬਣਦਾ ਹੈ ਜੀ, ਬ੍ਰਹਮਾ ਭੋਜਨ ਹੁੰਦਾ ਹੀ, ਉਹਦਾ ਵੀ ਤਾਂ ਭੋਗ ਲੱਗਦਾ ਬਿਲਕੁਲ ਹੈ। ਬਿਲਕੁਲ। ਤੇ ਬ੍ਰਹਮਾ ਭੋਜਨ ਵੀ ਇਸੇ ਤਰ੍ਹਾਂ ਹੀ ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ ਜਦੋਂ ਬਣਦਾ ਹੀ, ਤੇ ਜੋ ਕੋਈ ਖਾਏਗਾ ਉਹਦਾ ਹਿਰਦੇ ਸ਼ੁੱਧ ਹੋ ਜਾਏਗਾ। ਤਾਂ ਹੀ ਇਹ ਬ੍ਰਹਸਪਤੀ ਔਰ ਬ੍ਰਿਹਸਪਤੀ ਇਹ ਬ੍ਰਹਮਾ ਬਾਬਾ ਨਾਲ ਜੋੜੀ ਗਈ। ਤੇ ਭਾਜੀ ਬਾਬਾ ਉਹ ਕਹਿੰਦੇ ਕਿ ਭਗਵਾਨ ਵਾਚ ਸਵਰਗ ਹੈ ਵੰਡਰ ਆਫ ਦੀ ਵਰਲਡ। ਸਵਰਗ 'ਚ ਕਿਆ ਵਿਸ਼ੇਸ਼ਤਾ ਜਿਹੜੀ ਵੰਡਰ ਹੁੰਦਾ, ਤੇ ਬਾਬਾ ਬੋਲਦੇ ਕਿ ਇਸ 'ਚ ਤੁਸੀਂ ਵਿਚਾਰ ਕਰੋ, ਵੰਡਰ ਆਫ ਦੀ ਵਰਲਡ ਸਤਯੁਗ ਹੈ ਜਾਂ ਸੰਗਮ ਯੁਗ। ਤਾਂ ਜਿਸ ਹਿਸਾਬ ਨਾਲ ਅਸੀਂ ਅਗਰ ਆਪਣੀ ਗੱਲ ਕਰੀਏ, ਸਤਯੁਗ ਤੋਂ ਬਾਅਦ ਦੀ ਗੱਲ ਹੈ, ਸੰਗਮ ਮੈਨੂੰ ਵਰਲਡ ਆਫ ਦੀ ਵਰਲਡ ਲੱਗਦਾ। ਤੁਸੀਂ ਕੀ ਕਹਿਣਾ ਚਾਹੁੰਦੇ? ਦੋਨੋਂ ਹੀ ਵੰਡਰ ਆਫ ਦੀ ਵਰਲਡ। ਸੰਗਮ ਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ। ਅੱਛਾ, ਹਾਂ, ਠੀਕ ਹੈ ਨਾ। ਇਹ ਤੇ ਜਿਨ੍ਹਾਂ ਨੂੰ ਇਹਦਾ ਗਿਆਨ ਹੈ, ਜੋ ਇਹ ਮਹਿਸੂਸ ਕਰਦੇ ਆ ਕਿ ਅਸੀਂ ਇਹ ਗਿਆਨ ਕਿਸ ਤੋਂ ਸੁਣ ਰਹੇ ਹਾਂ, ਸਾਰੇ ਕਲਪ 'ਚ 5000 ਸਾਲ 'ਚ ਇਹ ਥੋੜ੍ਹਾ ਜਿਹਾ ਟਾਈਮ ਹੁੰਦਾ ਹੀ, ਜਦੋਂ ਪਿਤਾ ਪਰਮਾਤਮਾ ਸ਼ਿਵ ਇਸ ਸ੍ਰਿਸ਼ਟੀ ਤੇ ਆ ਕੇ ਬ੍ਰਹਮਾ ਬਾਬਾ ਦੁਆਰਾ ਇਹ ਈਸ਼ਵਰੀ ਗਿਆਨ ਦਿੰਦੇ ਨੇ। ਤੇ ਔਰ ਉਹ ਈਸ਼ਵਰੀ ਗਿਆਨ 'ਚ ਇਤਨੀ ਸ਼ਕਤੀ ਹੈਗੀ ਹੈ ਕਿ ਹਰ ਮਨੁੱਖ ਆਤਮਾ ਜੋ ਵੀ ਉਹ ਗਿਆਨ ਪ੍ਰਾਪਤ ਕਰਦੀ ਹੈ, ਔਰ ਉਹਦਾ ਅਨੁਸਾਰ ਆਪਣਾ ਅਭਿਆਸ ਕਰਦੇ, ਤੇ ਉਹ ਧੀਰੇ ਧੀਰੇ ਉਹਨਾਂ ਦੇ ਜੀਵਨ 'ਚ ਪਰਿਵਰਤਨ ਆਉਂਦਾ, ਉਹਨਾਂ ਦੇ ਸੰਸਕਾਰ ਪਾਵਨ ਬਣਦੇ ਜਾਂਦੇ, ਔਰ ਫਿਰ ਉਹ ਮਨੁੱਖ ਤੋਂ ਦੇਵਤਾ ਬਣ ਜਾਂਦੇ। ਇਸ ਕਰਕੇ ਉਹਦੀ ਬੜੀ ਮਹਿਮਾ ਹੈ ਸਤਯੁਗ ਦੀ। ਜੀ ਭਾਜੀ ਅਗਲਾ ਪ੍ਰਸ਼ਨ ਹੈ ਕਿ ਚੜ੍ਹਦੀ ਕਲਾ ਤੇ ਚੜੀ ਹੋਈ ਕਲਾ ਔਰ ਉਤਰਦੀ ਕਲਾ 'ਚ ਕੀ ਅੰਤਰ ਹੈ? ਚੜ੍ਹਦੀ ਕਲਾ ਜਿਸ ਤਰ੍ਹਾਂ ਹੁਣ ਪੁਰਸ਼ੋਤਮ ਸੰਗਮ ਯੁੱਗ ਹੈ, ਹਾਂਜੀ, ਤੇ ਹੁਣ ਅਸੀਂ ਪੁਰਸ਼ਾਰਥ ਕਰਦੇ ਹਾਂ ਜੀ, ਆਤਮਾ ਨੂੰ ਪਾਵਨ ਬਣਾਉਣ ਦਾ ਪੁਰਸ਼ਾਰਥ ਕਰਨਾ, ਹਾਂਜੀ, ਜਿਹਦੇ ਵਾਸਤੇ ਅਸੀਂ ਰੋਜ਼ ਖਾਸ ਸਹਿਜ ਰਾਜ ਯੋਗ ਦਾ ਅਭਿਆਸ ਕਰਦੇ ਹਾਂ। ਔਰ ਸਹਿਜ ਰਾਜ ਯੋਗ ਦੇ ਅਭਿਆਸ 'ਚ ਵੀ ਇਹੋ ਜਿਹੀ ਸਟੇਜ ਆਉਂਦੀ ਹੈ, ਗਿਆਨ ਸੂਰਯ ਦੇ ਨਾਲ, ਜਿਸ ਤਰ੍ਹਾਂ ਮਾਸਟਰ ਗਿਆਨ ਸੂਰਯ ਹੋ ਕਰਕੇ ਮਨ ਲਗਾਉਣਾ, ਉਹ ਸ਼ਕਤੀ, ਔਰ ਉਹਦੇ ਫਲਸਰੂਪ ਆਤਮਾ 'ਚ ਪਰਿਵਰਤਨ ਆਉਂਦਾ ਹੀ ਅੰਦਰ ਸੰਸਕਾਰ ਬਦਲਦੇ ਨੇ। ਤੇ ਉਸ ਹਿਸਾਬ ਨਾਲ ਇਹ ਸੋਚਣਾ ਤੁਸੀਂ ਕਿ ਜਦੋਂ ਪਰਮਾਤਮਾ ਦੇ ਨਾਲ ਮਨ ਲੱਗਦਾ ਹੀ, ਤੇ ਉਹ ਤੇ ਸਾਰੇ ਕਲਪ 'ਚ ਸਭ ਤੋਂ ਸ੍ਰੇਸ਼ਟ ਮੌਕਾ ਹੁੰਦਾ ਹੀ। ਹਾਂ, ਉਹਦੇ ਫਲਸਵਰੂਪ ਫਿਰ ਇਹ ਜਿਹੜੀ ਪੁਰਸ਼ਾਰਥ ਦੀ ਗੱਲ ਹੈ, ਇਹਨੂੰ ਅਸੀਂ ਕਹਿੰਦੇ ਡਾਇਮੰਡ ਏਜ। ਅੱਛਾ, ਥੋੜ੍ਹਾ ਜਿਹਾ ਟਾਈਮ ਜਿਹੜਾ ਹੀ, ਤੇ ਡਾਇਮੰਡ ਵੈਸੇ ਵੀ ਕੋਈ ਬਹੁਤ ਵੱਡਾ ਨਹੀਂ ਹੁੰਦਾ, ਛੋਟਾ ਜਿਹਾ ਹੁੰਦਾ।
छोटे छोटे डायमंड होंगे आ ना, अच्छा चलो कोहिनूर भी है तो इतना बड़ा ही, तो वो इस करके इनू डायमंड एज कहते हैं। और फिर जदों देव मनुष्य तो देवता बन जाते हैं, श्री लक्ष्मी श्री नारायण या राधे कृष्ण, तो उस वेले वो गोल्डन एज कहती है, सुनहरी जमाना। क्यों कहते हैं? गोल्डन एज का भाव की है, यानी उस वेले आत्मा भी बिल्कुल अपने संपूर्ण अवस्था च है, पावन अवस्था च। और उसके कारण क्योंकि आत्मा संपूर्ण है तो प्रकृति भी ਉਹਦੀ दासी बनती है। हाँ जी। प्रकृति भी सतो प्रधान है। अच्छा। इस करके प्रकृति भी सुख देने वाली है। और तीसरी गल है कि सतयुग च आबादी थोड़ी होंदी, रिसोर्सिस बहुत होंदे है, इस करके उत्थे गरीबी का तो ना ही नहीं है भाई। ये ठीक है कि पुरुषार्थ के अनुसार कोई विश्व महाराजन बन जाता है, कोई विश्व महाराणी बन जाती है, कोई प्रिंस प्रिंसैस बन जाते ने, कोई शाहूकार अपने प्रजा च भी आते ने, लेकिन गरीब प्रजा नहीं होंदी है। कारोबार च कोई कुछ भी करता है पर वो धन धान्य संपन्न है गया, हैल्थ वाइज कोई रोग नहीं, कोई दुख नहीं, कुछ नहीं। और फिर इसके नाल साफ एकदम जिन्हों कहिए कि सब कला जितनियां दुनिया च वो सर्व कला संपूर्ण हो जाती है। तो इस करके सतयुग की तो महिमा ही अपनी हैगी, ना ही सतयुग है, सच्चाई 100%। लेकिन फिर ये कितना पता लगना भाई साहब कि ਅਸੀਂ ਇਹ ਪੁਰਸ਼ਾਰਥ ਕਰਿਆ ਕਰਦੇ, ਅਸੀਂ ਪੱਕਾ ਹੈ ਕਿ ਅਸੀਂ ਸਤਯੁਗ 'ਚ ਹੀ ਜਾਣਾ ਹੈ? एक बार जिसने ठीक रीति ज्ञान नू समझ लिया जी, और वो हिसाब नाल उस पथ ते चल पे और वो निश्चय भी हो गया, निश्चय हो गया, तो फिर सतयुग का तो नंबर लग गया। हुण अपने पुरुषार्थ च अपनी अवस्था नू कित्थों ताईं लै जांदे आ, ਉਹਦੇ ਹਿਸਾਬ ਨਾਲ ਅੱਗੇ ਤਾਂ ਜਿਹੜਾ ਨੰਬਰ ਕਹੋ ਜਾਂ ਜਿਹੜੀ ਸਟੇਜ ਉਹ ਅਲੱਗ ਚੀਜ਼ ਹੈ, ਲੇਕਿਨ ਵਾਰਸ ਤੇ ਬਣ ਗਏ ਨਾ। हाँ, मतलब एक मोहर लग गई कि ਬੜੀ ਗੱਲ ਠੀਕ ਕਹੀ ਤੁਸੀਂ। जी। पाजी अगला प्रश्न है कि स्वर्गवासी बनने च जीवन मुक्त स्थिति च की अंतर है और समानता की है? जीवन मुक्त स्थिति ही स्वर्णिम युग च जन्म लैन दी गल है। मुक्ति का मतलब है परमधाम च रहना। अच्छा। और जदों फिर जीवन च हुंदिया होया 5 विकारां तो भी मुक्त, कोई दुख रोग तो भी मुक्त, किसी प्रकार का कोई नैगेटिव इफेक्ट नहीं माइंड अपने ऊपर, ना मन ते, ना वाणी ते, ना कर्म ते। इस करके वो है जीवन मुक्ति। और स्वर्गवासी बनने दा स्थिति होगी भी साडी। स्वर्ग क्या ही इस करके जाता ही ना, हाँ, कि जीवन मुक्ति च है गया सदा जीवन। जीवन का मतलब है जन्म तो लैके शरीर छड्डण ताईं जी। और ਉਹਦੇ ਚ आयु भी लंबी है, कोई सोच भी नहीं सकता। 150 साल बहुत हुंदी है। और 150 साल ताईं जी करके फिर अपने सो इच्छा नाल शरीर छड्डना, कोई बीमारी नाल नहीं। ਜਦੋਂ ਉਹ टाइम आउंदा ही संकल्प आउंदा हुण मैं इस शरीर छड्ड के दूसरे जन्म च जाना है। ਤੇ ਪ੍ਰੈਕਟੀਕਲ ਜਿਹੜੀ ਚੀਜ਼ਾਂ ਹੈਗੀਆਂ ਉਹ ਉੱਥੇ ਚੱਲ ਕੇ ਦੇਖਾਂਗੇ। ਇਹ ਪ੍ਰੈਕਟੀਕਲ ਵਾਸਤੇ ਤੁਸੀਂ ਕਿਆ ਸਾਨੂੰ 5 ਮਿੰਟ ਵਾਸਤੇ ਥੋੜਾ ਜਿਹਾ ਰਾਜਯੋਗ
ਕਰਵਾ ਸਕਦੇ? ਰਾਜ ਯੋਗ, ਰਾਜ योग बुद्धि योग है। अपने मन और बुद्धि ਨੂੰ अपने सत्य स्वरूप च ले जाओ। अपना सत्य स्वरूप है कि असी चेतन आत्मा ज्योति स्वरूप लाइट स्वरूप, स्टार लाइक उस स्वरूप च अपने आप ਨੂੰ देखिए। और पिता परमात्मा जो सर्वशक्तिवान है, सदा ही ज्ञान का सागर है, प्रेम का सागर है, आनंद का सागर है। ये ज़रूर है कि वो सदा ही सागर समान है या सूर्य समान है। ਤੇ ਉਹਨਾਂ ਦੇ ਨਾਲ ਬੁੱਧੀ ਦਾ ਯੋਗ ਲਗਾਉਣਾ, ਬੁੱਧੀ ਯੋਗ ਕਿਹਾ ਜਾਂਦਾ ਹੈ। ਜਿੰਨਾ ਉਹਨਾਂ ਦੇ ਨਾਲ ਮਨ ਲਗਾ ਕੇ, ਬੁੱਧੀ ਲਗਾ ਕਰਕੇ ਔਰ ਉਹਨਾਂ ਤੋਂ ਉਹ ਸ਼ਕਤੀ ਆਪਣੇ ਆਪ 'ਚ ਧਾਰਨ ਕਰਾਂਗੇ ਤੇ ਆਹਿਸਤਾ ਆਹਿਸਤਾ ਹਰ ਦਿਨ ਥੋੜਾ 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 ਆਤਮਾ अपने आप शक्तिशाली महसूस करती जाती है। जितनी आत्मा पावन बनती जाएगी उतना एक तो लाइट हो जाएंगे, मन भी लाइट हो जाएगा। और बल्कि इतने तक देखा ही कि हर तरह मन खुश रहेगा, चेहरे ते वो मुस्कान रहेगी। और उस खास ते चेहरे दे ऊपर दिव्य लाइट रहेगी। ते योग युक्त होना, शिव बाबा दे नाल मन लगना और ब्रह्मा बाबा नू सामने एग्जाम्पल दे रूप च देखना, ਉਹਨਾਂ ਨੂੰ ਫੋਲੋ ਕਰਨਾ। ਤੇ ਇਸ ਕਰਕੇ ਕਿਹਾ ਜਾਂਦਾ ਹੀ ਬਾਪ ਦਾਦਾ ਦੇ ਕਦਮ ਤੇ ਕਦਮ ਰੱਖ ਕੇ ਚਲੋ, ਫੋਲੋ ਫਾਦਰ ਕਰੋ। ਤੇ ਫੋਲੋ ਫਾਦਰ ਦਾ ਮਤਲਬ ਹੀ ਹੈ ਕਿ ਬ੍ਰਹਮਾ ਬਾਬਾ ਨੇ ਜਿੰਨਾ ਸ਼ਿਵ ਬਾਬਾ ਦੇ ਨਾਲ ਮਨ ਲਗਾ ਕੇ ਸਵਯੰ ਨੂੰ ਇਤਨਾ ਸ੍ਰੇਸ਼ਟ ਬਣਾਇਆ, ਅਸੀਂ ਵੀ अपने आप ਨੂੰ ਇਹ ਸਿਮਰਤੀ ਦਿਲਾ ਕਰਕੇ ਔਰ ਅਸੀਂ ਵੀ ਸਿਮਰਤੀ ਸਰੂਪ ਬਣ ਜਾਈਏ। ਸਿਮਰਤੀ ਸਰੂਪ ਜਿੰਨਾ ਬਣਾਂਗੇ ਉਨਾ ਸ਼ਕਤੀਸ਼ਾਲੀ ਬਣ ਜਾਵਾਂਗੇ ਔਰ ਉਤਨੇ ਹੀ ਆਤਮਾ ਪਵਿੱਤਰ ਬਣਦੀ ਜਾਏਗੀ। ਓਮ ਸ਼ਾਂਤੀ। ਓਮ ਸ਼ਾਂਤੀ।